ਹੈਂਸਲ ਤੇ ਗ੍ਰੈਟਲ। ਇੱਕ ਵਾਰੀ ਦੀ ਗੱਲ ਹੈ, ਇੱਕ ਘਰੇ ਨੰਗਲ ਕੋਲ ਇੱਕ ਲੱਕੜਹਾਰਾ ਰਹਿੰਦਾ ਸੀ। ਉਸ ਨਾਲ ਉਹਦੀ ਦੂਜੀ ਪਤਨੀ ਤੇ ਪਹਿਲੀ ਪਤਨੀ ਵਿੱਚ ਇੱਕ ਬੇਟਾ ਤੇ ਇੱਕ ਬੇਟੀ ਵੀ ਰਹਿੰਦੇ ਸਨ। ਮੁੰਡੇ ਦਾ ਨਾਂ ਹੈਂਸਲ ਤੇ ਕੁੜੀ ਦਾ ਨਾਂ ਗ੍ਰੈਟਲ ਸੀ। ਲੱਕੜਹਾਰਾ ਬੜੀ ਮੁਸ਼ਕਲ ਨਾਲ ਸਾਰਿਆਂ ਦਾ ਪੇਟ ਪਾਲਦਾ ਸੀ। ਇੱਕ ਵਾਰ ਬੜਾ ਭਿਆਨਕ ਅਕਾਲ ਪਿਆ। ਉਸ ਨੂੰ 2 ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ। ਇੱਕ ਦਿਨ ਆਪਣੇ ਉੱਤੇ ਆਈ ਬਿਪਤਾ ਬਾਰੇ ਠੰਡਾ ਸਾਹ ਭਰ ਕੇ ਆਪਣੀ ਬੀਵੀ ਨੂੰ ਕਹਿਣ ਲੱਗਾ, ਸਾਡਾ ਕੀ ਹੋਏਗਾ? ਅਸੀਂ ਆਪਣੇ ਬੱਚਿਆਂ ਦਾ ਪੇਟ ਕਿਵੇਂ ਪਾਲਾਂਗੇ? ਸਾਡੇ ਕੋਲ ਤਾਂ ਉਹਨਾਂ ਨੂੰ ਖਵਾਉਣ ਲਈ ਕੁਝ ਵੀ ਨਹੀਂ ਹੈ। ਮੇਰੀ ਗੱਲ ਮੰਨੋ। ਉਹ ਕਹਿਣ ਲੱਗੀ, ਅਸੀਂ ਕੱਲ੍ਹ ਸਵੇਰੇ ਇਹਨਾਂ ਨੂੰ ਬਹੁਤ ਦੂਰ ਕਰੇ ਜੰਗਲ ਵਿੱਚ ਲੈ ਜਾਵਾਂਗੇ। ਉੱਥੇ ਉਹਨਾਂ ਲਈ ਅੱਗ ਬਾਲ ਦਿਆਂਗੇ। ਉਹਨਾਂ ਨੂੰ ਇੱਕ ਰੋਟੀ ਦਾ ਟੁਕੜਾ ਵੀ ਦੇ ਦਿਆਂਗੇ। ਅਸੀਂ ਨੱਸ ਆਵਾਂਗੇ। ਉਹ ਘਰ ਵਾਪਸ ਨਹੀਂ ਆ ਸਕਣਗੇ ਤੇ ਇਸ ਤਰ੍ਹਾਂ ਉਹਨਾਂ ਤੋਂ ਸਾਡੀ ਮੁਕਤੀ ਹੋ ਜਾਏਗੀ। ਲੱਕੜਹਾਰੇ ਨੇ ਕਿਹਾ, ਨਹੀਂ, ਮੈਂ ਐਵੇਂ ਨਹੀਂ ਕਰ ਸਕਦਾ। ਤੂੰ ਮੇਰੇ ਬੱਚਿਆਂ ਨੂੰ ਦੂਰ ਜੰਗਲ ਵਿੱਚ ਛੱਡ ਕੇ ਆਉਣ ਦੀ ਗੱਲ ਕਿਵੇਂ ਕਰ ਸਕਦੀ ਹੈ? ਉੱਥੇ ਤਾਂ ਬਹੁਤ ਜੰਗਲੀ ਜਾਨਵਰ ਹਨ ਜੋ ਉਹਨਾਂ ਨੂੰ ਪਲ ਭਰ ਵਿੱਚ ਖਾ ਜਾਣਗੇ। ਉਹ ਬੋਲੀ, ਅਰੇ ਭੋਲੇ ਆਦਮੀ, ਫਿਰ ਤਾਂ ਅਸੀਂ ਸਾਰੇ ਭੁੱਖ ਨਾਲ ਮਰ ਜਾਵਾਂਗੇ। ਤੂੰ ਤਾਂ ਸਾਡੇ ਸਾਰਿਆਂ ਲਈ ਟਬੂਤਾਂ ਦਾ ਇੰਤਜ਼ਾਮ ਕਰ। ਇਹ ਕਹਿ ਕੇ ਵੀ ਉਸਨੇ ਆਪਣੀ ਪਤਨੀ ਦਾ ਪਿੱਛਾ ਤਦ ਤੀਕ ਨਹੀਂ ਛੱਡਿਆ ਜਦ ਤੀਕ ਉਹ ਉਸ ਦੀ ਗੱਲ ਮੰਨਣ ਨੂੰ ਰਾਜ਼ੀ ਨਹੀਂ ਹੋ ਗਿਆ। ਉਸ ਇੱਕ ਠੰਡਾ ਸਾਹ ਭਰਿਆ। ਮੈਨੂੰ ਮੇਰੇ ਬੱਚਿਆਂ ਦਾ ਬਹੁਤ ਦੁੱਖ ਹੋਏਗਾ। ਦੋਵੇਂ ਬੱਚੇ ਭੁੱਖ ਕਾਰਨ ਹਾਲ ਹੀ ਸੁੱਤੇ ਨਹੀਂ ਸਨ। ਉਹਨਾਂ ਨੇ ਆਪਣੀ ਮਤਈ ਮਾਂ ਤੇ ਪਿਤਾ ਦੀਆਂ ਗੱਲਾਂ ਸੁਣ ਲਈਆਂ ਸਨ। ਗ੍ਰੈਟਲ ਦੁੱਖ ਨਾਲ ਰੋਣ ਲੱਗੀ ਤੇ ਹੈਂਸਲ ਨੂੰ ਕਿਹਾ, ਸਾਡਾ ਹੁਣ ਕੀ ਹੋਏਗਾ? ਹੈਂਸਲ ਨੇ ਕਿਹਾ, ਸ਼ਾਂਤ ਹੋ ਜਾ ਗ੍ਰੈਟਲ, ਤੂੰ ਰੋ ਨਾ। ਮੈਂ ਹਰ ਵੇਲੇ ਤੇਰੀ ਮਦਦ ਕਰਾਂਗਾ। ਜਿਉਂ ਹੀ ਉਹਨਾਂ ਦੇ ਮਾਤਾ ਪਿਤਾ ਸੋ ਗਏ, ਹੈਂਸਲ ਹੌਲੀ ਜਿਹੀ ਉੱਠਿਆ, ਆਪਣਾ ਕੋਟ ਪਾਇਆ ਤੇ ਪਿਛਲੇ ਦਰਵਾਜ਼ੇ ਵਿੱਚ ਬਾਹਰ ਨਿਕਲ ਗਿਆ। ਬਾਹਰ ਹਰ ਪਾਸੇ ਚਾਂਦਨੀ ਫੈਲੀ ਹੋਈ ਸੀ ਤੇ ਦਰਵਾਜ਼ੇ ਦੇ ਕੋਲ ਪਏ ਪੱਥਰ ਚਾਂਦੀ ਦੇ ਲੱਗ ਰਹੇ ਸਨ। ਹੈਂਸਲ ਨੇ ਚਾਂਦੀ ਵਾਂਗ ਚਮਕਦੇ ਸਫੇਦ ਪੱਥਰਾਂ ਨਾਲ ਆਪਣੀਆਂ ਜੇਬਾਂ ਭਰ ਲਈਆਂ। ਵਾਪਸ ਆ ਕੇ ਉਹ ਗ੍ਰੈਟਲ ਨੂੰ ਕਹਿਣ ਲੱਗਾ, ਪਿਆਰੀ ਭੈਣ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਆਰਾਮ ਨਾਲ ਸੋ ਜਾ। ਈਸ਼ਵਰ ਸਾਡੀ ਜ਼ਰੂਰ ਮਦਦ ਕਰੇਗਾ। ਤੇ ਉਹ ਵੀ ਆਰਾਮ ਨਾਲ ਲੇਟ ਗਿਆ। ਅਗਲੀ ਸਵੇਰ ਸੂਰਜ ਚੜ੍ਹਦੇ ਹੀ ਮਾਂ ਨੇ ਦੋਹਾਂ ਬੱਚਿਆਂ ਨੂੰ ਜਗਾਇਆ। ਉੱਠੋ ਆਲਸੀ ਕੀੜਿਓ, ਅਸੀਂ ਜੰਗਲ ਵਿੱਚ ਲੱਕੜੀਆਂ ਕੱਟਣ ਜਾਣਾ ਹੈ। ਉਸਨੇ ਦੋਹਾਂ ਨੂੰ ਰੋਟੀ ਦਾ ਇੱਕ ਟੁਕੜਾ ਦਿੱਤਾ ਤੇ ਕਿਹਾ, ਇਹ ਤੁਹਾਡੇ ਰਾਤ ਦੇ ਖਾਣੇ ਲਈ ਹੈ। ਇਹਨੂੰ ਮੁੱਕ ਤੋਂ ਪਹਿਲਾਂ ਨਾ ਖਾ ਲੈਣਾ, ਨਹੀਂ ਤਾਂ ਰਾਤ ਨੂੰ ਤੁਹਾਨੂੰ ਕੁਝ ਖਾਣ ਲਈ ਨਹੀਂ ਮਿਲੇਗਾ। ਗ੍ਰੈਟਲ ਨੇ ਰੋਟੀ ਆਪਣੀ ਫਰਾਕ ਦੀ ਜੇਬ ਵਿੱਚ ਰੱਖ ਲਈ, ਕਿਉਂਕਿ ਹੈਂਸਲ ਦੀ ਜੇਬ ਵਿੱਚ ਤਾਂ ਪੱਥਰ ਭਰੇ ਹੋਏ ਸਨ। ਫਿਰ ਸਾਰੇ ਘਰੋਂ ਨਿਕਲ ਤੁਰੇ। ਜਦ ਉਹ ਥੋੜ੍ਹੀ ਦੂਰ ਪਹੁੰਚੀ ਤਾਂ ਹੈਂਸਲ ਰੁਕ ਗਿਆ ਤੇ ਪਿੱਛੇ ਮੁੜ ਕੇ ਆਪਣੇ ਘਰ ਵੱਲ ਵੇਖਣ ਲੱਗ ਪਿਆ। ਇਵੇਂ ਜਦ ਉਸਨੇ ਕਈ ਵਾਰ ਕੀਤਾ ਤਾਂ ਪਿਤਾ ਨੇ ਕਿਹਾ, ਹੈਂਸਲ, ਤੂੰ ਕਦੇ ਮੁੜ ਪਿੱਛੇ ਕਿਉਂ ਵੇਖਦਾ ਹੈ? ਹੌਲੀ ਕਿਉਂ ਤੁਰਦੇ ਹੈ? ਜਲਦੀ ਚੱਲ। ਉਹ ਪਿਤਾ ਜੀ, ਮੈਂ ਆਪਣੇ ਘਰ ਦੀ ਛੱਤ ਉੱਤੇ ਬੈਠੀ ਆਪਣੀ ਸਫੇਦ ਬਿੱਲੀ ਨੂੰ ਵੇਖ ਕੇ ਅਲਵਿਦਾ ਕਹਿਣ ਦੀ ਕੋਸ਼ਿਸ਼ ਕਰ ਰਿਹਾ। ਹੈਂਸਲ ਨੇ ਜਵਾਬ ਦਿੱਤਾ, ਮਾਂ ਵਾਲੀ ਬੇਵਕੂਫ, ਉੱਤੇ ਸਫੇਦ ਬਿੱਲੀ ਨਹੀਂ ਬਲਕਿ ਸਫੇਦ ਚਿਮਨੀ ਉੱਤੇ ਸੂਰਜ ਚਮਕ ਰਿਹਾ ਹੈ। ਪਰ ਹੈਂਸਲ ਤਾਂ ਨਾ ਬਿੱਲੀ ਵੇਖ ਰਿਹਾ ਸੀ, ਨਾ ਚਿਮਨੀ ਉੱਤੇ ਚਮਕਦਾ ਸੂਰਜ। ਜਦ ਵੀ ਉਹ ਰੁਕ ਕੇ ਪਿੱਛੇ ਵੇਖਦਾ ਸੀ ਤਾਂ ਆਪਣੇ ਜੇਬ ਵਿੱਚੋਂ ਇੱਕ ਪੱਥਰ ਕੱਢ ਕੇ ਸੁੱਟ ਦਿੰਦਾ ਸੀ। ਜਦ ਉਹ ਜੰਗਲ ਦੇ ਵਿਚਾਲੇ ਆ ਪਹੁੰਚੇ ਤਾਂ ਪਿਤਾ ਨੇ ਬੱਚਿਆਂ ਨੂੰ ਜੰਗਲ ਵਿੱਚੋਂ ਲੱਕੜੀਆਂ ਇਕੱਠੀਆਂ ਕਰਨ ਲਈ ਕਿਹਾ, ਜਿਸ ਨਾਲ ਉਹ ਅੱਗ ਬਾਲ ਕੇ ਸਰਦੀ ਤੋਂ ਬਚ ਸਕਣ। ਹੈਂਸਲ ਤੇ ਗ੍ਰੈਟਲ ਨੇ ਲੱਕੜੀਆਂ ਦਾ ਪਹਾੜ ਜਿਹਾ ਬਣਾ ਦਿੱਤਾ। ਉਹਨਾਂ ਨੇ ਲੱਕੜੀਆਂ ਨੂੰ ਅੱਗ ਲਗਾਈ ਤਾਂ ਅੱਗ ਦੀਆਂ ਲਪਟਾਂ ਬਹੁਤ ਉੱਚੀਆਂ ਉੱਠਣ ਲੱਗ ਪਈਆਂ। ਮਾਂ ਕਹਿਣ ਲੱਗੀ, ਬੱਚਿਓ, ਤੁਸੀਂ ਅੱਗ ਦੇ ਕੋਲ ਲੇਟ ਕੇ ਆਰਾਮ ਕਰੋ ਤੇ ਅਸੀਂ ਜੰਗਲ ਵਿੱਚ ਜਾ ਕੇ ਲੱਕੜੀਆਂ ਕੱਢਦੇ ਹਾਂ। ਜਦ ਅਸੀਂ ਵਾਪਸ ਆਵਾਂਗੇ ਤਾਂ ਤੁਹਾਨੂੰ ਬੁਲਾ ਲਵਾਂਗੇ। ਹੈਂਸਲ ਤੇ ਗ੍ਰੈਟਲ ਅੱਗ ਦੇ ਕੋਲ ਬੈਠ ਗਏ ਤੇ ਹਾਲੀ ਰਾਤ ਵੀ ਨਹੀਂ ਸੀ ਪਈ ਕਿ ਉਹਨੇ ਰੋਟੀ ਦੇ
ਟੁਕੜੇ ਖਾ ਲਏ। ਉਹਨਾਂ ਨੂੰ ਕਹਾਣੀ ਦੀ ਆਵਾਜ਼ ਸੁਣਾਈ ਦੇ ਰਹੀ ਸੀ, ਇਸ ਲਈ ਉਹ ਇਹੀ ਸੋਚਦੇ ਰਹੇ ਕਿ ਉਹਨਾਂ ਦੇ ਮਾਤਾ ਪਿਤਾ ਆਸ ਪਾਸ ਹੀ ਨੇੜੇ ਤੇੜੇ ਲੱਕੜੀਆਂ ਕੱਟ ਰਹੇ ਹਨ। ਪਰ ਇਹ ਕਹਾਣੀ ਦੀ ਆਵਾਜ਼ ਨਹੀਂ ਸੀ, ਪਰ ਕਿਸੇ ਦਰਖਤ ਨਾਲ ਲਟਕਦੀ ਕਿਸੇ ਸੁੱਕੀ ਟਹਿਣੀ ਦੀ ਆਵਾਜ਼ ਸੀ, ਜੋ ਹਵਾ ਦੇ ਝੋਂਕੇ ਨਾਲ ਦਰਖਤ ਦੇ ਤਣੇ ਨਾਲ ਟਕਰਾ ਰਹੀ ਸੀ। ਉਹਨਾਂ ਨੇ ਬਹੁਤ ਦੇਰ ਤੀਕ ਆਪਣੇ ਮਾਤਾ ਪਿਤਾ ਦਾ ਇੰਤਜ਼ਾਰ ਕੀਤਾ। ਉਹ ਬਹੁਤ ਥੱਕ ਗਏ ਸੀ, ਉਹ ਦੋਵੇਂ ਉੱਥੇ ਹੀ ਸੋ ਗਏ। ਅੱਧੀ ਰਾਤ ਨੂੰ ਉਹਨਾਂ ਦੀ ਜਾਗ ਖੁੱਲ੍ਹੀ। ਚਾਰੇ ਪਾਸੇ ਹਨੇਰਾ ਹੀ ਹਨੇਰਾ ਵੇਗ ਐਸਾ ਲਾਉਣ ਲੱਗ ਪਈ। ਅਸੀਂ ਇਸ ਕਾਲੇ ਜੰਗਲ ਵਿੱਚੋਂ ਬਾਹਰ ਕਿਵੇਂ ਨਿਕਲਾਂਗੇ? ਹੈਂਸਲ ਨੇ ਉਹਨੂੰ ਧਾੜਸ ਦਿੱਤੀ। ਮੇਰੀ ਪਿਆਰੀ ਭੈਣ, ਚੱਲ ਨਿਕਲਣ ਠੀਕ ਰੁਕ ਜਾਓ, ਰੋ ਨਾ, ਫਿਰ ਅਸੀਂ ਰਸਤਾ ਲੱਭ ਲਵਾਂਗੇ। ਚੱਲ ਨਿਕਲ ਆਇਆ। ਹੈਂਸਲ ਨੇ ਆਪਣੀ ਭੈਣ ਦਾ ਹੱਥ ਫੜਿਆ ਤੇ ਸਫੇਦ ਪੱਥਰਾਂ ਦੀ ਨਿਸ਼ਾਨੀ ਵਾਲੇ ਰਾਹ ਚੱਲ ਪਿਆ। ਸਾਰੀ ਰਾਤ ਤੁਰਦੇ ਰਹੇ ਤੇ ਸਵੇਰ ਹੁੰਦੇ ਹੀ ਉਹ ਘਰ ਪਹੁੰਚ ਗਏ। ਉਹਨਾਂ ਨੇ ਦਰਵਾਜ਼ਾ ਖੜਕਾਇਆ। ਜਦ ਲੱਕੜਹਾਰੇ ਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ, ਦੋਹਾਂ ਨੂੰ ਵੇਖ ਕੇ ਬੜੀ ਹੈਰਾਨ ਹੋਈ ਤੇ ਕਹਿਣ ਲੱਗੀ, ਦੁਸ਼ਟ ਬੱਚੇ, ਇਸ ਜੰਗਲ ਵਿੱਚ ਇੰਨੀ ਰਾਤੀ ਕਿਵੇਂ ਸੁੱਤੇ ਰਹੇ? ਸਾਨੂੰ ਲੱਗਿਆ ਕਿ ਹੁਣ ਤੁਸੀਂ ਕਦੇ ਵੀ ਵਾਪਸ ਨਹੀਂ ਆਓਗੇ। ਪਰ ਉਹਨਾਂ ਦਾ ਪਿਤਾ ਬੜਾ ਖੁਸ਼ ਹੈ, ਕਿਉਂਕਿ ਉਸਨੂੰ ਬੱਚਿਆਂ ਦੇ ਇਕੱਲੇ ਜੰਗਲ ਵਿੱਚ ਛੱਡ ਕੇ ਆਉਣ ਦਾ ਬੜਾ ਦੁੱਖ ਸੀ। ਥੋੜ੍ਹੇ ਹੀ ਦਿਨਾਂ ਬਾਅਦ ਫਿਰ ਅਕਾਲ ਪੈ ਗਿਆ। ਇੱਕ ਰਾਤ ਬੱਚਿਆਂ ਨੇ ਮਾਂ ਨੂੰ ਕਹਿੰਦੇ ਸੁਣਿਆ, ਹੁਣ ਸਾਡੇ ਕੋਲ ਫਿਰ ਸਭ ਕੁਝ ਖਤਮ ਹੋ ਗਿਆ ਹੈ, ਕੇਵਲ ਰੋਟੀ ਦਾ ਇੱਕੋ ਟੁਕੜਾ ਹੀ ਬਚਿਆ ਹੈ। ਹੁਣ ਤਾਂ ਬੱਚਿਆਂ ਨੂੰ ਜ਼ਰੂਰ ਕਿਤੇ ਭੇਜਣਾ ਹੀ ਹੋਏਗਾ। ਅਸੀਂ ਉਹਨਾਂ ਨੂੰ ਹੋਰ ਘਣੇ ਜੰਗਲ ਵਿੱਚ ਛੱਡ ਆਵਾਂਗੇ ਤਾਂ ਕਿ ਉਹ ਵਾਪਸ ਨਾ ਆ ਸਕਣ। ਸਾਡੇ ਕੋਲ ਹੁਣ ਆਪਣੀਆਂ ਜਾਨਾਂ ਬਚਾਉਣ ਦਾ ਇਹੀ ਰਾਹ ਹੈ। ਪਰ ਪਿਤਾ ਦਾ ਦਿਲ ਭਰ ਆਇਆ ਤੇ ਸੋਚਣ ਲੱਗਾ, ਸਾਨੂੰ ਤਾਂ ਰੋਟੀ ਦਾ ਇਹ ਇੱਕ ਟੁਕੜਾ ਵੀ ਆਪਣੇ ਬੱਚਿਆਂ ਨਾਲ ਵੰਡ ਕੇ ਖਾਣਾ ਚਾਹੀਦਾ ਹੈ। ਉਸਦੀ ਪਤਨੀ ਨੇ ਉਸਦੀ ਗੱਲ ਵੀ ਨਾ ਸੁਣੀ ਤੇ ਕੜੀ ਮੁੜੀ ਇਹੋ ਹੀ ਗੱਲ ਕਹਿੰਦੀ ਰਹੀ, ਜੋ ਇੱਕ ਵਾਰੀ ਕੋਈ ਗਲਤ ਕਦਮ ਚੁੱਕਦਾ ਹੈ ਤਾਂ ਦੂਜੀ ਵਾਰੀ ਵੀ ਉਹ ਗਲਤ ਕੰਮ ਕਰ ਸਕਦਾ ਹੈ। ਬੱਚੇ ਸਾਰੀਆਂ ਗੱਲਾਂ ਸੁਣ ਰਹੇ ਸਨ। ਮਾਤਾ ਪਿਤਾ ਦੇ ਸੌਣ ਤੋਂ ਬਾਅਦ ਹੈਂਸਲ ਛੋਟੇ ਸਫੇਦ ਪੱਥਰ ਚੁਣਨ ਲਈ ਘਰੋਂ ਬਾਹਰ ਜਾਣ ਲੱਗਾ। ਪਰ ਉਸ ਦੀ ਮਾਂ ਨੇ ਤਾਂ ਅੱਜ ਦਰਵਾਜ਼ਾ ਪੱਕਾ ਬੰਦ ਕਰ ਦਿੱਤਾ ਹੋਇਆ ਸੀ, ਇਸ ਲਈ ਉਹ ਬਾਹਰ ਨਾ ਜਾ ਸਕਿਆ। ਫਿਰ ਵੀ ਉਸਨੇ ਡੈਥ ਨੂੰ ਹੁਣ ਮੇਰੀ ਪਿਆਰੀ ਭੈਣ, ਰੱਬ ਸਾਡੀ ਜ਼ਰੂਰ ਸਹਾਇਤਾ ਕਰੇਗਾ। ਅਗਲੇ ਦਿਨ ਸਵੇਰੇ ਉਹਨਾਂ ਦੀ ਮਾਂ ਨੇ ਆ ਕੇ ਉਹਨਾਂ ਨੂੰ ਜਗਾਇਆ ਤੇ ਦੋਹਾਂ ਨੂੰ ਰੋਟੀ ਦਾ ਇੱਕ ਟੁਕੜਾ ਦਿੱਤਾ ਤੇ ਪਿਛਲੇ ਦਿਨ ਵਾਲੇ ਟੁਕੜਿਆਂ ਤੋਂ ਛੋਟਾ ਸੀ ਰਸਤੇ ਵਿੱਚ ਹੈਂਸਲ ਨੇ ਰੋਟੀ ਦੇ ਟੁਕੜੇ ਕਰ ਦਿੱਤੇ ਤੇ ਥਾਂ ਉੱਤੇ ਉਹ ਰਸਤਾ ਵੇਖਣ ਲਈ ਟੁਕੜੇ ਸੁੱਟਦਾ ਰਿਹਾ। ਹੈਂਸਲ, ਤੂੰ ਹੌਲੀ ਰੁਕ ਕੇ ਕਿਉਂ ਤੁਰਿਆ ਤੇ ਤੈਨੂੰ ਕਿਉਂ ਨਹੀਂ ਤੁਰਦਾ? ਪਿਤਾ ਨੇ ਪੁੱਛਿਆ। ਹੈਂਸਲ ਨੇ ਕਿਹਾ, ਮੈਂ ਆਪਣੀ ਛੋਟੀ ਬਤਖ ਨੂੰ ਵੇਖ ਰਿਹਾ ਜੋ ਮੈਨੂੰ ਅਲਵਿਦਾ ਕਹਿ ਰਹੀ ਹੈ। ਮਾਂ ਬੋਲੀ, ਮੂਰਖ, ਉੱਥੇ ਤੇਰੀ ਬਤਖ ਨਹੀਂ ਬਲਕਿ ਚਿਮਨੀ ਉੱਤੇ ਚਮਕਦਾ ਸੂਰਜ ਹੈ। ਪਰ ਹੈਂਸਲ ਫਿਰ ਵੀ ਰਸਤੇ ਵਿੱਚ ਰੋਟੀ ਦੇ ਟੁਕੜੇ ਸੁੱਟਦਾ ਰਿਹਾ। ਮਾਂ ਬੱਚਿਆਂ ਨੂੰ ਘਰੇ ਜੰਗਲ ਵਿੱਚ ਲੈ ਗਈ, ਜਿੱਥੇ ਉਹ ਪਹਿਲਾਂ ਕਦੀ ਨਹੀਂ ਆਏ ਸਨ। ਉੱਥੇ ਮਾਤਾ ਪਿਤਾ ਨੇ ਅੱਗ ਬਾਲੀ ਤੇ ਉਹਨਾਂ ਨੂੰ ਕਹਿਣ ਲੱਗੇ, ਇੱਥੇ ਬੈਠ ਕੇ ਆਰਾਮ ਕਰੋ, ਜਦੋਂ ਥੱਕ ਜਾਓ ਤਾਂ ਬੇਸ਼ੱਕ ਥੋੜ੍ਹੀ ਦੇਰ ਲਈ ਸੋ ਵੀ ਜਾਣਾ। ਅਸੀਂ ਜੰਗਲ ਵਿੱਚ ਲੱਕੜੀਆਂ ਕੱਟਣ ਜਾ ਰਹੇ ਹਾਂ, ਜੇ ਦੇਰ ਹੋ ਗਈ ਤਾਂ ਸੌਂ ਵੀ ਜਾਣਾ। ਵਾਪਸ ਘਰ ਜਾਂਦੇ ਅਸੀਂ ਤੁਹਾਨੂੰ ਇੱਥੋਂ ਹੀ ਲੈ ਲਵਾਂਗੇ। ਜਦ ਦੁਪਹਿਰ ਹੋ ਗਈ ਤਾਂ ਗਡੈਥਲ ਨੇ ਆਪਣਾ ਰੋਟੀ ਦਾ ਟੁਕੜਾ ਹੈਂਸਲ ਨਾਲ ਵੰਡ ਕੇ ਖਾਧਾ, ਕਿਉਂਕਿ ਹੈਂਸਲ ਤਾਂ ਰੋਟੀ ਦੇ ਟੁਕੜੇ ਰਸਤੇ ਵਿੱਚ ਹੀ ਸੁੱਟ ਆਇਆ ਸੀ। ਸ਼ਾਮ ਹੋ ਗਈ ਪਰ ਉਹਨਾਂ ਦੇ ਮਾਤਾ ਪਿਤਾ ਕੋਈ ਨਾ ਆਏ। ਹਨੇਰੀ ਰਾਤ ਵਿੱਚ ਵੀ ਉਹ ਜਾਗੇ ਹੋਏ ਇੰਤਜ਼ਾਰ ਕਰਦੇ ਰਹੇ। ਹੈਂਸਲ ਆਪਣੀ ਭੈਣ ਨੂੰ ਹੌਸਲਾ ਦਿੰਦਾ ਰਿਹਾ, ਇੰਤਜ਼ਾਰ ਕਰੋ ਗਡੈਥਲ, ਚੱਲ ਨਿਕਲਣ ਦਾ ਇੰਤਜ਼ਾਰ ਕਰੋ, ਫਿਰ ਅਸੀਂ ਰੋਟੀ ਦੇ ਟੁਕੜੇ ਲੱਭਦੇ ਘਰ ਪਹੁੰਚ ਜਾਵਾਂਗੇ। ਚੱਲ ਨਿਕਲਿਆ। ਉਹ ਜੰਗਲ 'ਚੋਂ ਬਾਹਰ ਆ ਗਏ ਪਰ ਉਹਨਾਂ ਨੂੰ ਕੋਈ ਰਸਤਾ ਨਾ ਮਿਲਿਆ, ਕਿਉਂਕਿ ਰੋਟੀ ਦੇ ਟੁਕੜੇ ਦੇ ਜੰਗਲ ਦੇ ਪੰਛੀ ਖਾ ਗਏ ਸਨ। ਉਹ ਸਾਰੀ ਰਾਤ ਤੇ ਅਗਲਾ ਦਿਨ ਤੁਰਦੇ ਰਹੇ ਪਰ ਉਹਨਾਂ ਨੂੰ ਘਰ ਦਾ ਰਾਸਤਾ ਨਾ ਮਿਲਿਆ। ਉਹਨਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਝਾੜੀਆਂ ਦੇ ਬੇਰਾਂ ਤੋਂ ਬਿਨਾਂ ਤਾਂ ਉੱਥੇ ਖਾਣ ਲਈ ਕੁਝ ਵੀ ਨਹੀਂ ਸੀ। ਉਹ ਬਹੁਤ ਥੱਕ ਗਏ, ਅੱਗੇ ਵਧਣ ਦੀ ਹਿੰਮਤ ਨਹੀਂ ਸੀ।
ਉਹ ਇੱਕ ਦਰਖਤ ਹੇਠਾਂ ਲੇਟ ਗਏ ਤੇ ਸੋ ਗਏ। ਉਹਨਾਂ ਨੂੰ ਘਰੋਂ ਨਿਕਲੇ ਹੁਣ ਤੀਜਾ ਦਿਨ ਹੋ ਗਿਆ ਸੀ ਤੇ ਹੁਣ ਵੀ ਤੁਰਦੇ ਹੀ ਜਾ ਰਹੇ ਸਨ, ਪਰ ਉਹ ਰਸਤਾ ਭਟਕ ਗਏ ਤੇ ਜੰਗਲ ਦੇ ਹੋਰ ਅੰਦਰ ਚਲੇ ਗਏ। ਹੈਂਸਲ ਨੂੰ ਲੱਗਿਆ ਜੇ ਉਹਨਾਂ ਨੂੰ ਵੇਲੇ ਸਿਰ ਕੋਈ ਮਦਦ ਨਾ ਮਿਲੀ ਤਾਂ ਉਹ ਭੁੱਖ ਕਾਰਨ ਹੀ ਮਰ ਜਾਣਗੇ। ਦੁਪਹਿਰ ਹੋਈ ਤਾਂ ਉਹਨਾਂ ਨੇ ਇੱਕ ਸਫੇਦ ਚਿੜੀ ਵੇਖੀ ਜੋ ਇੱਕ ਦਰਖਤ ਦੀ ਟਹਿਣੀ ਉੱਤੇ ਬੈਠ ਕੇ ਬਹੁਤ ਸੁਰੀਲਾ ਗਾਣਾ ਗਾ ਰਹੀ ਸੀ। ਉਹ ਉੱਥੇ ਖਲੋਤੇ ਇਸ ਦਾ ਗੀਤ ਸੁਣਨ ਲੱਗ ਪਏ। ਜਲਦੀ ਹੀ ਉੱਡ ਗਈ। ਉਹਨਾਂ ਨੇ ਉਸ ਸਫੇਦ ਚਿੜੀ ਦਾ ਪਿੱਛਾ ਕੀਤਾ ਤੇ ਇੱਕ ਕੁਟੀਆ ਤੱਕ ਪਹੁੰਚ ਗਏ, ਜਿਸ ਦੀ ਛੱਤ ਉੱਤੇ ਇੱਕ ਚਿੜੀ ਜਾ ਕੇ ਬੈਠ ਗਈ। ਜਿਉਂ ਹੀ ਉਹ ਅੰਦਰ ਵੜੇ ਤਾਂ ਵੇਖਿਆ ਕੁਟੀਆ ਦੀ ਛੱਤ ਉੱਤੇ ਕੰਧਾਂ ਤੇ ਮਠਿਆਈਆਂ ਤੇ ਰੋਟੀਆਂ ਦੀਆਂ ਬਣੀਆਂ ਹਨ ਤੇ ਬਾਣੀਆਂ ਦੇ ਪੱਲੇ ਪਾਰਦਰਸ਼ੀ ਸ਼ੱਕਰ ਦੇ ਬਣੇ ਹੋਏ ਹਨ। ਹੈਂਸਲ ਬੋਲਿਆ, ਅਸੀਂ ਹੁਣ ਮਜ਼ੇਦਾਰ ਦਾਵਤ ਖਾਵਾਂਗੇ। ਮੈਂ ਛੱਤ ਖਾਵਾਂਗਾ, ਤੂੰ ਬਾਰੀਆਂ ਖਾਈ। ਹੈਂਸਲ ਨੇ ਛੱਤ ਤੋਂ ਇੱਕ ਟੁਕੜਾ ਤੋੜਿਆ। ਗ੍ਰੈਟਲ ਬਾਰੀ ਕੋਲ ਜਾ ਕੇ ਪੱਲੇ ਤੋੜ ਕੇ ਖਾਣ ਲੱਗ ਪਈ। ਉਸ ਵੇਲੇ ਕਮਰੇ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ, ਤੜ 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 ਤੜ। ਕੌਣ ਹੈ ਮੇਰੇ ਦਰਵਾਜ਼ੇ ਉੱਤੇ? ਬੱਚੇ ਨੇ ਜਵਾਬ ਦਿੱਤਾ, ਹਵਾ ਸਵਰਗ ਦੀ ਹਵਾ। ਤੇ ਉਹ ਰੱਜ ਕੇ ਖਾਂਦੇ ਰਹੇ। ਹੈਂਸਲ ਨੂੰ ਛੱਤ ਬਹੁਤ ਸਵਾਦੀ ਲੱਗੀ। ਉਹਨੇ ਇੱਕ ਵੱਡਾ ਟੁਕੜਾ ਤੋੜ ਲਿਆ। ਉਸੇ ਵੇਲੇ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਬੁੱਢੀ ਔਰਤ ਵਿਸਾਖੀਆਂ ਤੇ ਤੁਰਦੀ ਅੰਦਰ ਆਈ। ਹੈਂਸਲ ਤੇ ਗ੍ਰੈਟਲ ਇੰਨਾ ਡਰ ਗਏ ਕਿ ਉਹਨਾਂ ਦੇ ਹੱਥੋਂ ਖਾਣ ਵਾਲਾ ਸਾਰਾ ਸਮਾਨ ਹੇਠਾਂ ਡਿੱਗ ਪਿਆ। ਪਰ ਬੁੱਢੀ ਔਰਤ ਆਪਣਾ ਸਿਰ ਹਿਲਾਉਂਦੇ ਹੋਏ ਬੋਲੀ, ਓ ਪਿਆਰੇ ਬੱਚਿਓ, ਤੁਸੀਂ ਕਿੱਥੇ ਆਏ ਹੋ? ਇੱਥੇ ਕਿਵੇਂ ਆਏ ਹੋ? ਅੰਦਰ ਆਓ ਤੇ ਮੇਰੇ ਕੋਲ ਹੀ ਰਹੋ, ਤੁਹਾਨੂੰ ਕੋਈ ਨੁਕਸਾਨ ਨਹੀਂ ਹੋਏਗਾ। ਇਹ ਕਹਿੰਦੀ ਹੋਈ ਉਹ ਦੋਵਾਂ ਦਾ ਹੱਥ ਫੜ ਕੇ ਅੰਦਰ ਕੁਟੀਆ ਵਿੱਚ ਲੈ ਗਈ। ਅੰਦਰ ਮੇਜ਼ ਉੱਤੇ ਦੁੱਧ, ਪਰਾਂਠੇ, ਮਲਾਈ, ਫੁੱਲ ਤੇ ਮੇਵੇ ਰੱਖੇ ਹੋਏ ਸਨ ਤੇ ਪਿਛਲੇ ਕਮਰੇ ਵਿੱਚ 2 ਛੋਟੇ ਬਿਸਤਰੇ ਵਿਛੇ ਹੋਏ ਸਨ, ਜਿਨ੍ਹਾਂ 'ਤੇ ਚਿੱਟੀਆਂ ਚਾਦਰਾਂ ਵਿਛੀਆਂ ਸਨ। ਉਹਨਾਂ ਬਿਸਤਰਿਆਂ ਉੱਤੇ ਬੁੱਢੀ ਔਰਤ ਉਹਨਾਂ ਨਾਲ ਬਹੁਤ ਹੀ ਚੰਗਾ ਸਲੂਕ ਕਰ ਰਹੀ ਸੀ, ਪਰ ਅਸਲ ਵਿੱਚ ਉਹ ਇੱਕ ਚੁੜੇਲ ਸੀ ਜੋ ਬੱਚਿਆਂ ਨੂੰ ਆਪਣੇ ਰਾਸਤੇ ਤੋਂ ਭਟਕਾਉਂਦੀ ਤੇ ਉਹਨਾਂ ਦਾ ਧਿਆਨ ਆਪਣੇ ਵੱਲ ਕਰਨ ਲਈ ਰੋਟੀਆਂ ਦਾ ਘਰ ਬਣਾਉਂਦੀ ਸੀ। ਜਿਉਂ ਹੀ ਕੋਈ ਬੱਚੇ ਉਸ 'ਤੇ ਕਾਬੂ ਹੁੰਦੇ, ਉਹਨਾਂ ਨੂੰ ਮਾਰ ਕੇ ਸਬਜ਼ੀ ਬਣਾ ਕੇ ਖੂਬ ਮੌਜ ਕਰਦੀ ਤੇ ਇਹਨਾਂ ਦੀਆਂ ਅੱਖਾਂ ਲਾਲ ਹੁੰਦੀਆਂ ਹਨ ਤੇ ਜ਼ਿਆਦਾ ਦੂਰ ਤੀਕ ਨਹੀਂ ਵੇਖ ਸਕਦੇ, ਪਰ ਉਹਨਾਂ ਦੀ ਸੰਗਤ ਸ਼ਕਤੀ ਬੜੀ ਤੇਜ਼ ਹੁੰਦੀ ਹੈ। ਇਸ ਲਈ ਬੱਚਿਆਂ ਦੇ ਨੇੜੇ ਤੇੜੇ ਹੋਣ ਦਾ ਉਹਨਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ। ਜਦ ਹੈਂਸਲ ਤੇ ਗ੍ਰੈਟਲ ਚੁੜੇਲ ਦੇ ਘਰ ਦੇ ਨੇੜੇ ਆਏ ਤਾਂ ਬੜਾ ਖੁਸ਼ ਹੋਈ ਤੇ ਜ਼ੋਰ ਦੀ ਠਹਾਕਾ ਮਾਰ ਕੇ ਬੋਲੀ, ਇਹ ਹੁਣ ਮੇਰੇ ਕੋਲੋਂ ਬਚ ਕੇ ਕਿੱਥੇ ਜਾਣਗੇ। ਦੂਜੇ ਦਿਨ ਸਵੇਰੇ ਬੱਚਿਆਂ ਨੂੰ ਜਾਗਣ ਤੋਂ ਪਹਿਲਾਂ ਉਹ ਉਹਨਾਂ ਦੇ ਕਮਰੇ ਵਿੱਚ ਗਈ। ਉਹਨਾਂ ਨੂੰ ਸੁੱਤੇ ਹੋਏ ਵੇਖਿਆ ਤਾਂ ਨਰਮ ਲਾਲ ਗੰਨਾਂ ਨੂੰ ਵੇਖ ਕੇ ਬੁਰਬੁਰਾਈ, ਇਹ ਬੱਚੇ ਤਾਂ ਬਹੁਤ ਸਵਾਦੀ ਹੋਣਗੇ। ਫਿਰ ਉਸਨੇ ਹੈਂਸਲ ਨੂੰ ਆਪਣੇ ਵੱਡੇ ਤੇ ਖੁਰਦਰੇ ਹੱਥਾਂ ਨਾਲ ਹਿਲਾ ਕੇ ਜਗਾਇਆ ਤੇ ਜਾਲੀ ਵਾਲੇ ਦਰਵਾਜ਼ੇ ਤੇ ਛੋਟੇ ਜਿਹੇ ਪਿੰਡੇ ਵਿੱਚ ਬੰਦ ਕਰ ਦਿੱਤਾ। ਹੈਂਸਲ ਬਹੁਤ ਜ਼ੋਰ ਦੀ ਚੀਕਿਆ। ਉਸ ਬੜਾ ਰੌਲਾ ਮਚਾਇਆ, ਪਰ ਕੋਈ ਲਾਭ ਨਾ ਹੋਇਆ। ਫਿਰ ਗ੍ਰੈਟਲ ਦੀ ਵਾਰੀ ਆਈ। ਉਸਨੇ ਝੰਡੋੜ ਕੇ ਠਾਂਡੀ ਹੋਈ ਚੁੜੇਲ ਬੋਲੀ, ਚੱਲ ਉਠਾਲ ਚਿਕੜੀ, ਬਾਹਰੋਂ ਪਾਣੀ ਭਰ ਕੇ ਲਿਆ ਤੇ ਆਪਣੇ ਭਰਾ ਦੇ ਖਾਣ ਲਈ ਕੁਝ ਬਣਾ, ਤਾਂ ਕਿ ਉਹ ਪਿੰਡੇ ਵਿੱਚ ਬੈਠਾ ਹੀ ਮੋਟਾ ਹੋ ਜਾਏ। ਜਦ ਉਹ ਬਹੁਤ ਮੋਟਾ ਹੋ ਜਾਏਗਾ ਤਾਂ ਮੈਂ ਉਹਨੂੰ ਪਕਾਵਾਂਗੀ ਤੇ ਖੂਬ ਮਜ਼ੇ ਨਾਲ ਖਾਵਾਂਗੀ। ਗ੍ਰੈਟਲ ਰੋਣ ਲੱਗ ਪਈ, ਪਰ ਕੋਈ ਲਾਭ ਨਾ ਹੋਇਆ। ਉਸਨੂੰ ਚੁੜੇਲ ਦੀ ਗੱਲ ਮੰਨਣੀ ਹੀ ਪਈ। ਉਸਨੇ ਹੈਂਸਲ ਲਈ ਬਹੁਤ ਸਵਾਦੀ ਖਾਣਾ ਪਕਾਇਆ, ਪਰ ਵਿਚਾਰੀ ਗ੍ਰੈਟਲ ਦੀ ਕਿਸਮਤ ਖਾਣ ਲਈ ਸਿਰਫ ਕੇਕੜੇ ਦਾ ਪੰਜਾ ਹੀ ਆਇਆ। ਰੋਜ਼ ਸਵੇਰੇ ਬੁੱਢੀ ਚੁੜੇਲ ਹੈਂਸਲ ਦੇ ਪਿੰਜਰੇ ਕੋਲ ਆ ਕੇ ਕਹਿੰਦੀ, ਹੈਂਸਲ ਮੈਨੂੰ ਆਪਣਾ ਹੱਥ ਦਿਖਾ, ਮੈਂ ਵੇਖਾਂ ਤੂੰ ਪਹਿਲਾਂ ਤੂੰ ਕਿੰਨਾ ਮੋਟਾ ਹੋਇਆ। ਪਰ ਹੈਂਸਲ ਪਿੰਜਰੇ ਵਿੱਚ ਇੱਕ ਹੱਡੀ ਉਸ ਵੱਲ ਅੱਗੇ ਵਧਾ ਦਿੰਦਾ। ਬੁੱਢੀ ਚੁੜੇਲ, ਜਿਸ ਦੀ ਨਜ਼ਰ ਖਰਾਬ ਸੀ, ਹੱਡੀ ਨੂੰ ਹੈਂਸਲ ਦੀ ਉਂਗਲੀ ਸਮਝ ਲੈਂਦੀ ਤੇ ਹੈਰਾਨ ਹੁੰਦੀ ਕਿ ਉਹ ਮੋਟਾ ਕਿਉਂ ਨਹੀਂ ਹੋ ਰਿਹਾ। 4 ਹਫ਼ਤੇ ਬੀਤ ਗਏ। ਹੈਂਸਲ
ਉਂਝ ਦਾ ਉਂਝ ਦਾ ਹੀ ਰਿਹਾ ਮੋਟਾ ਨਾ ਹੋਇਆ ਤਾਂ ਉਸ ਦਾ ਹੌਸਲਾ ਟੁੱਟ ਗਿਆ। ਉਹ ਹੋਰ ਇੰਤਜ਼ਾਰ ਨਾ ਕਰ ਸਕੀ, ਗੁੱਸੇ ਨਾਲ ਚੱਕੀ, ਗ੍ਰੈਟਲ ਜਲਦੀ ਨਾਲ ਜੋ ਥੋੜਾ ਪਾਣੀ ਲੈ ਕੇ ਆ। ਹੈਂਸਲ ਪਤਲਾ ਹੋਏ ਜਾਂ ਮੋਟਾ, ਮੈਂ ਤਾਂ ਉਹਨੂੰ ਅੱਜ ਜ਼ਰੂਰ ਪਕਾ ਕੇ ਖਾਵਾਂਗੀ। ਵਿਚਾਰੀ ਛੋਟੀ ਭੈਣ ਨੂੰ ਜਦ ਪਾਣੀ ਲੈਣ ਭੇਜਿਆ ਤਾਂ ਉਹਨੂੰ ਕਿੰਨਾ ਦੁੱਖ ਹੋਇਆ ਹੋਏਗਾ। ਉਸਨੇ ਗੱਲਾਂ ਤੇ ਹੰਝੂ ਤਿਲਕਣ ਲੱਗੇ। ਹੇ ਈਸ਼ਵਰ, ਸਾਡੀ ਮਦਦ ਕਰੋ। ਜੇ ਸਾਨੂੰ ਜੰਗਲ ਵਿੱਚ ਜੰਗਲੀ ਜਾਨਵਰ ਖਾ ਜਾਂਦੇ ਤਾਂ ਅਸੀਂ ਕਿੱਥੇ ਹੀ ਮਰਦੇ। ਬੁੱਢੀ ਚਟੇਲ ਨੇ ਸੁਣਿਆ ਤਾਂ ਬੋਲੇ, ਸ਼ੋਰ ਨਾ ਮਚਾ, ਇਸ ਨਾਲ ਕੋਈ ਫਰਕ ਨਹੀਂ ਪੈਣਾ। ਇਸ ਤਰ੍ਹਾਂ ਪਹਿਲਾਂ ਗ੍ਰੈਟਲ ਨੂੰ ਸਵੇਰੇ ਸਵੇਰੇ ਪਾਣੀ ਲੈਣ ਭੇਜਿਆ ਤੇ ਫਿਰ ਉਸ ਨੂੰ ਅੱਗ ਬਾਲਣ ਲਈ ਕਿਹਾ ਤੇ ਫਿਰ ਕਹਿਣ ਲੱਗੀ, ਸਭ ਤੋਂ ਪਹਿਲਾਂ ਅਸੀਂ ਰੋਟੀਆਂ ਬਣਾਵਾਂਗੇ। ਮੈਂ ਆਟਾ ਤਿਆਰ ਕਰ ਲਿਆ ਹੈ। ਇਹ ਕਹਿੰਦੇ ਉਸਨੇ ਗ੍ਰੈਟਲ ਨੂੰ ਪੱਠੀ ਦੇ ਕੋਲ ਧਕੇਲ ਦਿੱਤਾ, ਜਿਸ ਵਿੱਚੋਂ ਉੱਚੀਆਂ ਲਪਟਾਂ ਨਿਕਲ ਰਹੀਆਂ ਹਨ। ਇਸ ਦੇ ਅੰਦਰ ਜਾ ਕੇ ਵੇਖਿਆ ਕਿ ਪੱਠੀ ਠੀਕ ਗਰਮ ਹੋਈ ਹੈ ਕਿ ਨਹੀਂ। ਫਿਰ ਅਸੀਂ ਇਸ ਵਿੱਚ ਰੋਟੀਆਂ ਲਗਾਵਾਂਗੇ। ਇਸ ਤਰ੍ਹਾਂ ਗ੍ਰੈਟਲ ਨੂੰ ਵੀ ਪੱਠੀ ਵਿੱਚ ਭੁੰਨ ਕੇ ਗ੍ਰੈਟਲ ਦੇ ਭਰਾ ਨਾਲ ਹੀ ਖਾਣਾ ਚਾਹੁੰਦੀ ਸੀ। ਇਹ ਜਦੋਂ ਉਸਦਾ ਇਰਾਦਾ ਭਾਵ ਗਈ ਤੇ ਕਹਿਣ ਲੱਗੀ, ਮੈਨੂੰ ਨਹੀਂ ਪਤਾ ਕਿਵੇਂ ਕਰਨਾ ਹੈ। ਮੈਂ ਇਸ ਪੱਠੀ ਦੇ ਅੰਦਰ ਕਿਵੇਂ ਜਾਵਾਂਗੀ। ਬੁੱਢੀ ਚੀਜ਼ ਬੋਲੀ, ਬਦਤਮੀਜ਼ ਚੂਹੀ, ਇਸ ਪੱਠੀ ਦਾ ਮੂੰਹ ਬੜਾ ਵੱਡਾ ਹੈ, ਵੇਖ ਤਾਂ ਸਹੀ, ਮੈਂ ਇਸ ਵਿੱਚ ਜਾ ਸਕਦੀ ਹਾਂ। ਇਹ ਕਹਿੰਦੀ ਉੱਠੀ ਤੇ ਪੱਠੀ ਵਿੱਚ ਆਪਣਾ ਸਿਰ ਵਾੜ ਦਿੱਤਾ। ਗ੍ਰੈਟਲ ਨੇ ਉਸਨੂੰ ਧੱਕਾ ਦਿੱਤਾ ਤੇ ਉਹ ਬਲਦੀ ਪੱਠੀ ਵਿੱਚ ਜਾ ਡਿੱਗੀ। ਗ੍ਰੈਟਲ ਨੇ ਝਟਪਟ ਪੱਠੀ ਦਾ ਮੂੰਹ ਬੰਦ ਕਰ ਦਿੱਤਾ। ਉਹ ਤਾਂ ਬੜੀਆਂ ਭਿਆਨਕ ਚੀਕਾਂ ਮਾਰ ਰਹੀ ਸੀ। ਪਰ ਗ੍ਰੈਟਲ ਉੱਥੋਂ ਦੂਰ ਆ ਗਈ ਤੇ ਬੁੱਢੀ ਚਿੜੀ ਨੂੰ ਪੱਠੀ ਵਿੱਚ ਹੀ ਸ਼ਰਮ ਹੋਈ। ਉਹ ਦੌੜਦੀ ਹੈਂਸਲ ਕੋਲ ਗਈ ਤੇ ਉਹਨੇ ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ। ਹੈਂਸਲ, ਅਸੀਂ ਬਚ ਗਏ, ਬੁੱਢੀ ਚਿੜੀ ਮਰ ਗਈ। ਇਹ ਸੁਣ ਕੇ ਹੈਂਸਲ ਉਛਲਦਾ ਹੋਇਆ ਚਿੜੀ ਵਾਂਗ ਪਿੰਜਰੇ ਵਿੱਚ ਬਾਹਰ ਨਿਕਲ ਆਇਆ ਤੇ ਦੋਵਾਂ ਨੇ ਘੁੱਟ ਜੱਫੀ ਪਾਈ ਤੇ ਇੱਕ ਦੂਜੇ ਨੂੰ ਕੜੀ ਮੁੜੀ ਚੁੰਮਿਆ। ਹੁਣ ਜਦ ਕਿ ਡਰ ਦੀ ਕੋਈ ਗੱਲ ਨਹੀਂ ਸੀ ਤਾਂ ਉਹ ਚੜੇਲ ਦੇ ਘਰ ਦੇ ਅੰਦਰ ਗਏ, ਜਿੱਥੇ ਸੁੱਚੇ ਮੋਤੀ ਦੇ ਕੀਮਤੀ ਰਤਨਾਂ ਦੇ ਭਰੇ ਭਾਂਡੇ ਪਏ ਹੋਏ ਸਨ। ਆਪਣੀ ਜੇਬ ਵਿੱਚ ਦਰਸ਼ਨ ਭਰਦੇ ਹੋਏ ਹੈਂਸਲ ਬੋਲਿਆ, ਇਹ ਉਹਨਾਂ ਚਿੱਟੇ ਗੋਲ ਪੱਥਰਾਂ ਤੋਂ ਚੰਗੇ ਹਨ। ਗ੍ਰੈਟਲ ਕਹਿਣ ਲੱਗੀ, ਮੈਂ ਇਹਨਾਂ ਵਿੱਚੋਂ ਕੁਝ ਘਰ ਲੈ ਕੇ ਜਾਵਾਂਗੀ ਤੇ ਉਸਨੂੰ ਆਪਣੇ ਫਰਾਕ ਦੀਆਂ ਜੇਬਾਂ ਵਿੱਚ ਭਰ ਲਿਆ। ਹੈਂਸਲ ਕਹਿਣ ਲੱਗਾ, ਹੁਣ ਸਾਨੂੰ ਚੱਲਣਾ ਚਾਹੀਦਾ ਹੈ ਤੇ ਇਸ ਜਾਦੂ ਭਰੇ ਜੰਗਲ ਵਿੱਚ ਬਾਹਰ ਨਿਕਲਣਾ ਚਾਹੀਦਾ ਹੈ। ਪਰ 2 ਘੰਟੇ ਤੁਰਦੇ ਉਹ ਇੱਕ ਨਦੀ ਦੇ ਕੋਲ ਪਹੁੰਚੇ। ਹੈਂਸਲ ਬੋਲਿਆ, ਇੱਥੇ ਤਾਂ ਨਾ ਕੋਈ ਬੇੜੀ ਹੈ ਨਾ ਪੁੱਲ, ਅਸੀਂ ਪਾਰ ਕਿਵੇਂ ਕਰਾਂਗੇ, ਕਿਵੇਂ ਜਾਵਾਂਗੇ। ਗ੍ਰੈਟਲ ਬੋਲੀ, ਪਰ ਇੱਥੇ ਇੱਕ ਸਫੇਦ ਬਤਖ ਤੈਰ ਰਹੀ ਹੈ, ਮੈਂ ਉਸ ਤੋਂ ਮਦਦ ਮੰਗਦੀ ਹਾਂ ਤੇ ਉਹ ਗਾਹ ਨਾ ਪਈ। ਪਿਆਰੀ ਬਤਖ, ਮੈਂ ਹਾਂ ਗ੍ਰੈਟਲ, ਇਹ ਹੈ ਹੈਂਸਲ। ਇੱਥੇ ਨਾ ਕੋਈ ਬੇੜੀ ਨਾ ਕੋਈ ਹੈ ਪੁੱਲ, ਸਾਨੂੰ ਇਸ ਪਾਰ ਤੂੰ ਹੀ ਲੈ ਚੱਲ। ਇਹ ਸੁਣਦੇ ਹੀ ਬਤਖ ਉਹਨਾਂ ਦੇ ਨੇੜੇ ਆਈ। ਹੈਂਸਲ ਬਤਖ ਤੇ ਬੈਠਾ ਤੇ ਆਪਣੀ ਭੈਣ ਨੂੰ ਆਪਣੇ ਪਿੱਛੇ ਬਿਠਾਉਣ ਲੱਗਾ ਹੈ। ਗ੍ਰੈਟਲ ਬੋਲੀ, ਨਹੀਂ ਬਤਖ ਉੱਤੇ ਬਹੁਤ ਪਾਰ ਹੋ ਜਾਏਗਾ, ਅਸੀਂ ਇੱਕ ਕਰਕੇ ਬੈਠ ਕੇ ਨਦੀ ਪਾਰ ਕਰਾਂਗੇ। ਉਹਨਾਂ ਨੇ ਇਵੇਂ ਹੀ ਕੀਤਾ ਤੇ ਦੋਵੇਂ ਭੈਣ ਭਰਾ ਨਦੀ ਦੇ ਪਾਰ ਪਹੁੰਚ ਗਏ ਤੇ ਆਪਣੇ ਪਿਤਾ ਦੇ ਘਰ ਚਲੇ ਗਏ। ਉਹ ਦੌੜਦੇ ਹੋਏ ਆਪਣੇ ਘਰ ਵੜੇ ਤੇ ਪਿਤਾ ਦੇ ਗਲ ਨਾਲ ਚਿੰਬੜ ਗਏ। ਜਦੋਂ ਪਿਤਾ ਆਪਣੇ ਜੰਗਲ ਵਿੱਚ ਛੱਡ ਕੇ ਆਇਆ ਸੀ ਤਾਂ ਉਹ ਚੈਨ ਹੀ ਨਹੀਂ ਸੀ ਆ ਰਿਹਾ। ਉਹਦੀ ਪਤਨੀ ਮਰ ਗਈ ਸੀ। ਗ੍ਰੈਟਲ ਨੇ ਆਪਣੀ ਫਰਾਕ ਲਾਈ ਤਾਂ ਜੇਬ ਵਿੱਚੋਂ ਸੁੱਚੇ ਮੋਤੀ ਧਰਤੀ ਉੱਤੇ ਖਿਲਰ ਗਏ। ਹੈਂਸਲ ਜੇਬ ਵਿੱਚ ਮੁੱਠਾਂ ਭਰ ਕੇ ਰੇਤਾਂ ਦੀਆਂ ਕੱਢ ਕੇ ਧਰਤੀ ਉੱਤੇ ਸੁੱਟਦਾ ਰਿਹਾ। ਉਹਨਾਂ ਦੇ ਦੁੱਖ ਦੇ ਦਿਨ ਦੂਰ ਹੋਏ ਤੇ ਸਾਰੇ ਖੁਸ਼ੀ ਦੇ ਅਮੀਰ ਬਣ ਕੇ ਰਹਿੰਦੇ ਰਹੇ। ਮੇਰੀ ਕਹਾਣੀ ਖਤਮ ਹੋ ਗਈ। ਉਹ ਵੇਖੋ, ਉੱਥੇ ਇੱਕ ਚੂਹੀ ਦੌੜ ਰਹੀ ਹੈ, ਜੋ ਵੀ ਉਸਨੂੰ ਪਕੜ ਲਏਗਾ ਉਹ ਉਸ ਦੀ ਖਲ ਦੀ ਟੋਪੀ ਬਣਾ ਸਕਦਾ ਹੈ।